ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਿਮਾ ਪ੍ਰਕਾਸ਼ ਗ੍ਰੰਥ ਦੇ ਉੱਤੇ ਵਿਚਾਰ ਲੜੀ ਸ਼ੁਰੂ ਕੀਤੀ ਸੀ। ਅੱਜ ਇਤਿਹਾਸ ਦਾ ਉਹ ਪੱਖ ਅਸੀਂ ਲੈਣਾ ਜਿਹੜਾ ਕਿ ਸਿੱਖ ਪੰਥ ਵਿੱਚ ਬਹੁਤ ਅਹਿਮ ਘਟਨਾ ਹੈ। ਇਹ ਹੈ ਖਾਲਸਾ ਪੰਥ ਨੂੰ ਪ੍ਰਗਟ ਕਰਨਾ। ਇਸ ਨੂੰ ਕਈ ਨਾਮਾਂ ਨਾਲ ਬੁਲਾਇਆ ਜਾਂਦਾ। ਕਦੀ ਇਹ ਕਹਿੰਦੇ ਨੇ ਕਿ ਅੰਮ੍ਰਿਤ ਛਕਾਇਆ ਸੀ ਇਸ ਦਿਨ, ਫਿਰ ਦੂਸਰੇ ਕਹਿੰਦੇ ਨੇ ਖੰਡੇ ਦੀ ਪੌਲ ਦਿੱਤੀ ਸੀ। ਕੁਝ ਇਹ ਵੀ ਕਹਿੰਦੇ ਨੇ ਕਿ ਖਾਲਸੇ ਦਾ ਜਨਮ ਹੋਇਆ ਇਸ ਦਿਨ। ਕੁਝ ਵੀਰ ਕਹਿੰਦੇ ਨੇ ਕਿ ਇਸ ਦਿਨ ਖਾਲਸਾ ਪ੍ਰਗਟ ਹੋਇਆ, ਕਿਉਂਕਿ ਖਾਲਸਾ ਜਿਹੜਾ ਉਹ ਤਾਂ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਪੰਥ ਤਾਂ ਪਹਿਲਾਂ ਹੀ ਚੱਲ ਰਿਹਾ ਸੀ, ਅੱਜ ਦੇ ਦਿਨ ਉਹ ਪ੍ਰਗਟ ਹੋਇਆ ਜਾਂ ਕੰਪਲੀਟ ਹੋਇਆ, ਪੂਰਨ ਹੋਇਆ। ਉਸ ਦਿਨ ਦੀ ਘਟਨਾ ਦੇ ਬਾਰੇ ਅਸੀਂ ਵਿਚਾਰ ਕਰਨੇ ਆ। ਜਦੋਂ ਦਾ ਮੈਂ YouTube ਚੈਨਲ ਖੋਲ੍ਹਿਆ, ਵਿਚਾਰਾਂ ਗੁਰਮਤੀਆਂ ਕਰਦਾ, ਉਦੋਂ ਤੋਂ ਹੀ ਸੰਗਤਾਂ ਵੱਲੋਂ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਨੇ। ਉਹ ਸਵਾਲ ਪਹਿਲਾਂ ਮੈਂ ਸਾਰੇ ਤੁਹਾਨੂੰ ਦੱਸ ਦੇਵਾਂਗਾ, ਫਿਰ ਮੈਂ ਮਹਿਮਾ ਪ੍ਰਕਾਸ਼, ਜਿਸ ਨੂੰ ਕਿ ਸਾਡੇ ਵਿਦਵਾਨ ਸਾਰੇ ਸੱਜਣ ਮੰਨਦੇ ਹਨ, ਕਿਉਂਕਿ ਇਹ ਸਭ ਤੋਂ ਪੁਰਾਣਾ ਇਤਿਹਾਸਕ ਗ੍ਰੰਥ ਹੈ। ਇਸ ਤੋਂ ਪਹਿਲਾਂ ਜਿਹੜੇ ਸਿੱਖ ਇਤਿਹਾਸਕ ਗ੍ਰੰਥ ਕਹੇ ਜਾ ਰਹੇ ਨੇ, ਹਾਲਾਂਕਿ ਕੋਈ ਵੀ ਗ੍ਰੰਥ ਸਿੱਖ ਪੰਥ ਨਾਲ ਸੰਬੰਧਿਤ ਨਹੀਂ ਹੈ। ਕੋਈ ਵੀ ਸਿੱਖੀ ਦੀ ਰੋਸ਼ਨੀ ਵਿੱਚ ਨਹੀਂ ਲਿਖਿਆ ਗਿਆ। ਸਾਰੇ ਮਨਮਤ ਨਾਲ ਭਰਪੂਰ ਹਨ। ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੋਈ ਇੱਕ ਵੀ ਗ੍ਰੰਥ ਸਾਡੇ ਕੋਲ ਅਜਿਹਾ ਨਹੀਂ ਹੈ ਜਿਹੜਾ ਗੁਰਮਤਿ ਦੀ ਕਸਵੱਟੀ 'ਤੇ ਪੂਰਾ ਉਤਰੇ। ਉਹ ਭਾਵੇਂ ਬਚਿੱਤਰ ਨਾਟਕ ਹੋਵੇ, ਭਾਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਹੋਵੇ, ਭਾਵੇਂ ਉਹ ਬਾਲੇ ਵਾਲੀ ਜਨਮ ਸਾਖੀ ਹੋਵੇ, ਭਾਵੇਂ ਗੁਰਪਲਾਸ ਪਾਤਸ਼ਾਹੀ ਛੇਵੀਂ ਹੋਵੇ, ਭਾਵੇਂ ਪ੍ਰਾਚੀਨ ਪੰਥ ਪ੍ਰਕਾਸ਼ ਹੋਵੇ ਜਾਂ ਤਵਾਰੀਖ ਗੁਰੂ ਖਾਲਸਾ ਹੋਵੇ। ਆਪ ਜਿਤਨੇ ਵੀ ਗ੍ਰੰਥ ਨੇ, ਬੜੇ ਗ੍ਰੰਥ ਲਿਖੇ ਨੇ, ਕੋਈ ਵੀ ਗ੍ਰੰਥ ਗੁਰਮਤਿ ਦੀ ਕਸਵੱਟੀ 'ਤੇ ਗੁਰਮਤਿ ਦਾ ਇਮਤਿਹਾਨ ਪਾਸ ਕਰਨ ਵਿੱਚ ਸਫਲ ਨਹੀਂ ਹੈ। ਮੈਂ ਇਹਨਾਂ ਗ੍ਰੰਥਾਂ ਦੀ ਵਿਚਾਰ ਕਿਉਂ ਕਰ ਰਿਹਾ? ਕਿਉਂਕਿ ਇਹਨਾਂ ਗ੍ਰੰਥਾਂ ਨੂੰ ਸਿੱਖ ਸਟੇਜਾਂ ਉੱਤੋਂ ਪੜ੍ਹਿਆ, ਸੁਣਿਆ, ਸੁਣਾਇਆ ਜਾਂਦਾ ਹੈ। ਇਹਨਾਂ ਗ੍ਰੰਥਾਂ ਦੇ ਵਿੱਚ ਜਿਹੜਾ ਗੁਰਮਤਿ ਦਾ ਸਿਧਾਂਤ ਦਿੱਤਾ ਗਿਆ, ਉਹੀ ਸਿਧਾਂਤ ਸਾਡੇ 'ਤੇ ਠੋਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਮੈਨੂੰ ਹਰ ਗ੍ਰੰਥ ਦਾ ਅੱਖਰ ਅੱਖਰ ਪੜ੍ਹ ਕੇ ਸੰਗਤਾਂ ਦੇ ਸਾਹਮਣੇ ਉਸ ਦਾ ਵਿਸ਼ਲੇਸ਼ਣ ਕਰਨਾ ਪੈ ਰਿਹਾ ਹੈ, ਤਾਂ ਕਿ ਸੰਗਤਾਂ ਨੂੰ ਸਮਝ ਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਜੋ ਕੁਝ ਹੈ ਸਭ ਝੂਠ ਹੈ, ਕੂੜ ਹੈ। ਮੈਂ ਆਨ ਧਰਮਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਸੰਸਾਰ ਦੇ ਹੋਰ ਗਿਆਨ ਭਰਪੂਰ ਗ੍ਰੰਥਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਉਹਨਾਂ ਗ੍ਰੰਥਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਇਹ ਸਿੱਖ ਧਰਮ ਦੇ ਇਤਿਹਾਸ ਦੇ ਸੋਮੇ ਹਨ। ਉਹਨਾਂ ਨੂੰ ਇੱਕ ਇੱਕ ਕਰਕੇ ਵਿਚਾਰ ਰਿਹਾ। ਸੋ ਕਿਉਂਕਿ ਇਸ ਤੋਂ ਪਹਿਲਾਂ ਕੋਈ ਹੋਰ ਇਤਿਹਾਸਕ ਗ੍ਰੰਥ ਸਾਡੀ ਨਜ਼ਰ ਗੋਚਰੇ ਨਹੀਂ ਆਇਆ। ਇਸ ਨੂੰ ਪੁਰਾਤਨ ਗ੍ਰੰਥ ਕਹਿੰਦੇ ਨੇ ਕਿ ਇਹ ਗ੍ਰੰਥ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ 60 ਸਾਲ ਦੇ ਵਿੱਚ ਲਿਖਿਆ ਗਿਆ। ਉਹਨਾਂ ਦੀ ਸ਼ਹਾਦਤ 1716 ਈਸਵੀ ਵਿੱਚ ਹੋਈ ਔਰ ਇਹ ਗ੍ਰੰਥ ਨੂੰ ਲਿਖਿਆ ਗਿਆ 1776 ਈਸਵੀ ਵਿੱਚ। ਸੋ ਸਰੂਪਦਾਸ ਭੱਲਾ ਬਾਰੇ ਅਸੀਂ ਅੱਗੇ ਦੱਸ ਚੁੱਕੇ ਹਾਂ ਕਿ ਇਹ ਕਿਹਾ ਜਾਂਦਾ ਕਿ ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ ਸਨ। ਇਸ ਤੋਂ ਬਾਅਦ ਵਿੱਚ ਗ੍ਰੰਥ ਹੋਰ ਲਿਖੇ ਗਏ ਨੇ। ਪ੍ਰਾਚੀਨ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਭੰਗੂ, ਇਹ 1841 ਵਿੱਚ ਲਿਖਿਆ ਗਿਆ। ਭਾਵ ਇਸ ਗ੍ਰੰਥ ਦੇ ਲਿਖੇ ਜਾਣ ਤੋਂ 65 ਸਾਲ ਬਾਅਦ। ਔਰ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਕਵੀ ਸੰਤੋਖ ਸਿੰਘ ਨੇ ਲਿਖਿਆ, ਉਹ
ਮਹਿਮਾ ਪ੍ਰਕਾਸ਼ ਦੇ ਲਿਖੇ ਜਾਣ ਤੋਂ 67 ਸਾਲ ਬਾਅਦ ਲਿਖਿਆ ਗਿਆ ਔਰ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਉਹ ਲਿਖਿਆ ਗਿਆ 1900 ਈਸਵੀ ਵਿੱਚ। ਭਾਵ ਇਸ ਗ੍ਰੰਥ ਦੇ ਲਿਖੇ ਜਾਣ ਤੋਂ 124 ਸਾਲ ਬਾਅਦ ਲਿਖਿਆ ਗਿਆ। ਸਾਰੇ ਇੱਕ ਦੂਜੇ ਦੀ ਨਕਲ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਗੱਲਾਂ ਨੂੰ ਵਧਾ ਘਟਾ ਕੇ ਲਿਖਦੇ ਨੇ। ਬਸ ਉਹਨਾਂ ਦਾ ਤੱਤ ਸਾਰ ਸਾਰਿਆਂ ਦਾ ਇੱਕੋ ਹੀ ਹੈ ਕਿ ਗੁਰੂ ਨਾਨਕ ਦੇ ਮਤ ਨੂੰ ਜੜ ਤੋਂ ਉਖਾੜ ਦੇਣਾ, ਸੁਖਾ ਦੇਣਾ ਔਰ ਪੁੱਟ ਦੇਣਾ ਹੈ। ਅਸੀਂ ਉਹਨਾਂ ਸਵਾਲਾਂ ਦੀ ਗੱਲ ਕਰਦੇ ਹਾਂ ਜਿਹੜੇ ਆਮ ਤੌਰ 'ਤੇ ਸਿੱਖ ਸੰਗਤਾਂ ਪੁੱਛਦੀਆਂ ਨੇ ਕਿ ਖਾਲਸਾ ਸਾਜਨਾ ਦਾ ਜਿਹੜਾ ਕੌਤਕ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਕਿਉਂਕਿ 9 ਪਾਤਸ਼ਾਹੀਆਂ ਪਹਿਲਾਂ ਸਾਰਾ ਗੁਰਮਤਿ ਦਾ ਪ੍ਰਚਾਰ ਕਰਕੇ ਚਲ ਗਈਆਂ, ਤੇ ਸਵਾਲ ਹੈ ਇਸ ਕੌਤਕ ਦੀ ਲੋੜ ਕਿਉਂ ਪਈ? ਇਹ ਖਾਲਸਾ ਪ੍ਰਗਟ ਕਰਨ ਦੀ ਲੋੜ ਕਿਉਂ ਪਈ? ਜਿਹੜੇ ਬਚਿੱਤਰ ਨਾਟਕ ਨੂੰ ਮੰਨਣ ਵਾਲੇ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ ਇਸ ਲਈ ਸੀ ਕਿ ਇੱਕ ਨਵਾਂ ਪੰਥ ਚਲਾਉਣਾ, ਜਦ ਕਿ ਗੁਰਬਾਣੀ ਅਨੁਸਾਰ ਤੇ ਨਵਾਂ ਪੰਥ ਜਾਂ ਗੁਰਮਤਿ ਅਨੁਸਾਰ ਨਵਾਂ ਪੰਥ ਗੁਰੂ ਨਾਨਕ ਪਾਤਸ਼ਾਹ ਨੇ ਚਲਾ ਦਿੱਤਾ ਸੀ। ਹੁਣ ਕੋਈ ਦੁਬਾਰਾ ਨਵਾਂ ਪੰਥ ਚਲਾਉਣ ਦੀ ਲੋੜ ਨਹੀਂ ਸੀ, ਪਰ ਸਾਡੇ ਤੇ ਇਸ ਤਰ੍ਹਾਂ ਵਾਰ-ਵਾਰ ਕਹਿ ਕੇ ਠੋਸ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਂ ਪੰਥ ਚਲਾਇਆ। ਮੈਂ ਫਿਰ ਕਹਿਣਾ ਕਿ 9 ਪਾਤਸ਼ਾਹੀਆਂ ਨੇ ਕੀ ਕੀਤਾ, ਉਹ ਕੀ ਕਰ ਰਹੇ ਸਨ? ਇਹ ਸਾਨੂੰ ਗੁੰਮਰਾਹ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਕੀ 9 ਪਾਤਸ਼ਾਹੀਆਂ ਨਾਲੋਂ ਅਲੱਗ ਕਰਕੇ ਪੇਸ਼ ਕਰਨ ਲਈ ਬਚਿੱਤਰ ਗ੍ਰੰਥ ਨਾਂ ਦੇ, ਜਿਹਨੂੰ ਅੱਜ ਕੱਲ੍ਹ 10ਵੇਂ ਗ੍ਰੰਥ ਕਹਿਣ ਲੱਗੇ, ਉਸ ਦੀ ਰਚਨਾ ਕੀਤੀ ਗਈ। ਸੋ ਸਵਾਲ ਹੈ ਇਸ ਕੌਤਕ ਦੀ ਲੋੜ ਕਿਉਂ ਪਈ? ਨੰਬਰ 2 ਸਵਾਲ ਜਿਹੜਾ ਪੁੱਛਿਆ ਜਾਂਦਾ ਹੈ, ਇਹ ਕੌਤਕ ਕਦੋਂ ਕੀਤਾ ਗਿਆ? ਆਮ ਤੌਰ 'ਤੇ ਇਹ ਲਿਖਿਆ ਹੋਇਆ ਕਿ ਸਨ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪ੍ਰਗਟ ਕੀਤਾ ਗਿਆ, ਅੰਮ੍ਰਿਤ ਛਕਾਇਆ ਗਿਆ, ਖੰਡੇ ਦੀ ਪਹੁਲ ਦਿੱਤੀ ਗਈ। ਔਰ ਐਸੇ ਗ੍ਰੰਥ ਵੀ ਨੇ ਉਹ ਲਿਖਦੇ ਨੇ ਕਿ ਨਹੀਂ ਜੀ, ਇਹ ਤਾਂ 1695 ਈਸਵੀ ਨੂੰ ਇਹ ਕੀਤਾ ਗਿਆ। ਇਹ ਵੀ ਗ੍ਰੰਥ ਸਾਡੇ ਕੋਲ ਸਰਦਾਰ ਰਤਨ ਸਿੰਘ ਭੰਗੂ ਦੇ ਗ੍ਰੰਥ ਵਿੱਚ ਅਜਿਹਾ ਲਿਖਿਆ ਹੈ। ਸੋ ਅਲੱਗ-ਅਲੱਗ ਡੇਟਸ ਨੇ। ਸੋ ਆਓ ਅੱਗੇ ਦੇਖਦੇ ਹਾਂ ਕਿੰਨਾ ਇਕੱਠ ਹੋਇਆ। ਕੋਈ ਦੱਸਦਾ 70,000 ਲੋਕ ਇਕੱਠੇ ਹੋਏ ਸੀ, ਕੋਈ ਦੱਸਦਾ ਕਿ 10 ਲੱਖ ਲੋਕ ਇਕੱਠੇ ਹੋਏ ਸੀ। ਮਤਲਬ ਜਿਤਨੀ ਕਿਸੇ ਕੋ ਗੱਪ ਹੈ ਉਹ ਉਤਨੀ ਗੱਪ ਮਾਰੀ ਜਾ ਰਿਹਾ। ਤੇ ਅਸੀਂ ਦੇਖਣਾ ਹੈ ਕਿ ਆਹ ਜਿਹੜਾ ਪੁਰਾਤਨ ਗ੍ਰੰਥ ਹੈ ਮਹਿਮਾ ਪ੍ਰਕਾਸ਼, ਇਸ ਦਾ ਕਵੀ ਕਿੰਨਾ ਇਕੱਠ ਲਿਖਦਾ ਹੈ, ਕੀ ਲਿਖਦਾ ਹੈ, ਕਿਵੇਂ ਹੋਇਆ ਲਿਖਦਾ ਹੈ। ਅੱਗੇ ਜਿਹੜਾ ਇੱਕ ਹੋਰ ਬੜਾ ਅਹਿਮ ਨੁਕਤਾ ਹੈ ਕਿ ਗੁਰੂ ਜੀ ਨੇ ਬੱਕਰੇ ਝਟਕਾਏ ਜਾਂ ਸਿੱਖਾਂ ਦੇ ਸਿਰ ਵੱਢੇ, ਕਿਉਂਕਿ ਜ਼ਿਆਦਾਤਰ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਗੁਰੂ ਜੀ ਨੇ ਸਿੱਖਾਂ ਦੇ ਸਿਰ 5 ਸਿਰ ਮੰਗੇ, ਪਰ ਅੱਗੇ ਲਿਖ ਦਿੱਤਾ ਕਿ ਤੰਬੂ ਵਿੱਚ ਬੱਕਰੇ ਵੱਧੇ ਹੋਏ ਸਨ, ਬੱਕਰਿਆਂ ਦੇ ਸਿਰ ਵੱਢੇ, ਤੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਖੂਨ ਨਾਲ ਭਿੱਜੀ ਤਲਵਾਰ ਲੈ ਕੇ ਸੰਗਤ ਵਿੱਚ ਆਏ। ਅਸੀਂ ਦੇਖਣਾ ਹੈ ਕਿ ਇਹ ਮਹਿਮਾ ਪ੍ਰਕਾਸ਼ ਜਿਹੜਾ ਪੁਰਾਣਾ ਗ੍ਰੰਥ ਹੈ ਇਹ ਇਸ ਬਾਰੇ ਕੀ ਕਹਿੰਦਾ ਹੈ। ਫਿਰ ਅਗਰ ਸਿਰ ਵੱਢੇ ਤਾਂ ਫਿਰ ਸਵਾਲ ਸੰਗਤਾਂ ਕਰਦੀਆਂ ਨੇ ਕਿ ਕਿਹੜੀ ਸਰਜਰੀ, ਕਿਹੜਾ ਤਰੀਕਾ। ਖਾਲਸਾ ਸਿੱਖਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਅਸੀਂ ਕੋਈ ਸਮਾਜਿਕ ਤੌਰ 'ਤੇ, ਅੱਜ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਕੋਈ ਗੱਲ ਕਰਦੇ ਹਾਂ, ਜਦੋਂ ਅਸੀਂ ਦੂਸਰੇ ਧਰਮਾਂ ਬਾਰੇ ਗੱਲ ਕਰਦੇ ਹਾਂ ਕਿ ਉਹਨਾਂ ਨੇ ਹਾਥੀ ਦਾ ਸਿਰ ਕਿਵੇਂ ਜੋੜ ਦਿੱਤਾ, ਤਾਂ ਕੁਦਰਤੀ ਗੱਲ ਹੈ ਕਿ ਅਗਲੇ ਸਾਡੇ 'ਤੇ ਵੀ ਸਵਾਲ ਕਰਨਗੇ ਕਿ ਸਿਰ ਵੱਢ ਕੇ ਕਿਵੇਂ ਜੋੜ ਦਿੱਤੇ। ਸੋ ਇਹ ਵੀ ਇੱਕ ਸਵਾਲ ਸੰਗਤਾਂ ਵਿੱਚ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਲੋਕ ਆ, ਗੁੱਸਾ ਕਰਕੇ ਕੁਝ ਖੱਟਾਂਗੇ ਨਹੀਂ। ਅਸੀਂ ਆਪਣੇ ਦਿਮਾਗ ਨੂੰ ਠੰਡਾ ਰੱਖ ਕੇ ਹਰ ਬੰਦੇ ਦੀ ਗੱਲ ਸੁਣ ਕੇ ਐਨਾਲਾਈਜ਼ ਕਰਕੇ ਉਸ ਦਾ ਧਿਆਨਪੂਰਵਕ ਉੱਤਰ ਦੇਣਾ ਹੈ। ਇਹ ਵੀ ਸਵਾਲ ਕੀਤਾ ਜਾਂਦਾ ਹੈ। ਇਸ ਸਮਾਗਮ ਨੂੰ ਅੰਮ੍ਰਿਤ ਸਮਾਗਮ ਕਹੀਏ
ਜਾਂ ਖੰਡੇ ਦੀ ਪਹੁਲ ਸਮਾਗਮ ਕਹੀਏ ਜਾਂ ਕੋਈ ਹੋਰ ਨਾਮ ਦਈਏ, ਇਹ ਵੀ ਸੰਗਤਾਂ ਪੁੱਛਦੀਆਂ ਨੇ ਇਸ ਦਾ ਨਾਮਕਰਨ ਕੀ ਕਰੀਏ, ਇਸ ਦਿਨ ਕੀ ਕੀਤਾ ਸੀ। ਇਹਦਾ ਉੱਤਰ ਵੀ ਅਸੀਂ ਮਹਿਮਾ ਪ੍ਰਕਾਸ਼ ਸਰੂਪ ਦਾਸ ਭੱਲਾ ਦੇ ਗ੍ਰੰਥ ਵਿੱਚੋਂ ਲੱਭਾਂਗੇ। ਖੰਡੇ ਦੀ ਪੌਲ ਜਾਂ ਅੰਮ੍ਰਿਤ ਤਿਆਰ ਕਰਦੇ ਸਮੇਂ ਇਸ ਵਿੱਚ ਪਤਾਸੇ ਪਾਏ ਜਾਂ ਮਿਸ਼ਰੀ ਪਾਈ ਜਾਂ ਕੁਝ ਹੋਰ ਪਾਇਆ, ਇਹ ਵੀ ਇੱਕ ਸਵਾਲ ਹੈ, ਕਿਉਂਕਿ ਹਰ ਗ੍ਰੰਥ ਦਾ ਆਪਣਾ ਆਪਣਾ ਵਿਧਾਨ ਹੈ। ਅਸੀਂ ਜਾਣਦੇ ਹਾਂ, ਅਸੀਂ ਜਾਣਾਂਗੇ ਹੁਣ ਕਿ ਸਰੂਪ ਦਾਸ ਜੀ ਭੱਲਾ ਕੀ ਲਿਖਦੇ ਹਨ। ਇਸ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ, ਆਹ ਜਿਹੜਾ ਸਵਾਲ ਹੈ ਇਹ ਬਹੁਤ ਅਹਿਮ ਹੈ। ਜਦੋਂ ਜੋ ਗਿਆਨਵਾਨ ਸਿੱਖ ਵਿਚਿੱਤਰ ਨਾਟਕ ਉੱਤੇ ਸਵਾਲ ਕਰਦੇ ਨੇ ਕਿ ਇਹ ਜਿਹੜਾ ਗ੍ਰੰਥ ਕਿਸੇ ਹਾਲਤ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੋ ਸਕਦਾ, ਤੇ ਤਤ ਫਟ ਇਹ ਸਵਾਲ ਕਰ ਦਿੱਤਾ ਜਾਂਦਾ, ਫਿਰ ਅਸੀਂ ਅੰਮ੍ਰਿਤ ਦੀਆਂ ਬਾਣੀਆਂ ਕਿੱਥੋਂ ਲਿਆਵਾਂਗੇ। ਫਿਰ ਸਵਾਲ ਕੀਤਾ ਜਾਂਦਾ, ਅਸੀਂ ਨਿਤਨੇਮ ਦੀਆਂ ਬਾਣੀਆਂ ਕਿੱਥੋਂ ਲਿਆਵਾਂਗੇ ਜੇ ਇਸ ਗ੍ਰੰਥ ਨੂੰ ਰੱਦ ਕਰ ਦਿੱਤਾ। ਤਾਂ ਅਸੀਂ ਇਸ ਦਾ ਸਵਾਲ ਵੀ ਇਹ ਸਭ ਤੋਂ ਪੁਰਾਤਨ ਇਤਿਹਾਸਕ ਸੋਮੇ ਵਿੱਚੋਂ ਲੱਭਾਂਗੇ ਕਿ ਸਰੂਪ ਦਾਸ ਭੱਲਾ ਮਹਿਮਾ ਪ੍ਰਕਾਸ਼ ਵਿੱਚ ਕੀ ਲਿਖਦਾ ਹੈ। ਅੱਗੇ ਜਿਹੜਾ ਗੱਲ ਹੈ ਉਹ ਇਹ ਹੈ, ਮਿਸ਼ਰੀ ਜਾਂ ਪਤਾਸੇ ਕਿਸ ਨੇ ਪਾਏ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪੌਲ ਤਿਆਰ ਕੀਤੀ ਸੀ, ਅੰਮ੍ਰਿਤ ਤਿਆਰ ਕੀਤਾ ਸੀ, ਪਰ ਉਹਦੇ ਵਿੱਚ ਪਤਾਸੇ ਜਾਂ ਮਿਸ਼ਰੀ ਕਿਸ ਨੇ ਪਾਏ। ਅਗਲਾ ਸਵਾਲ ਇਹ ਵੀ ਕੀਤਾ ਜਾਂਦਾ ਹੈ ਕਿ ਇਹ ਪਾਉਣ ਦੀ ਲੋੜ ਕੀ ਪਈ, ਜਦ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਅਣਜਾਣ ਸਨ, ਕਿਹੜੇ ਨਿਆਣੇ ਸਨ। ਜਦ ਉਹਨਾਂ ਨੇ ਕੋਈ ਮਿੱਠਾ ਲਿਆ ਕੇ ਨਹੀਂ ਰੱਖਿਆ ਸੀ ਤਾਂ ਫਿਰ ਕਿਸੇ ਨੇ ਸਲਾਹ ਦੇਣੀ ਕਿ ਇਹਦੇ ਵਿੱਚ ਪਤਾਸੇ ਪਾ ਦਿਓ, ਮਿਸ਼ਰੀ ਪਾ ਦਿਓ, ਮਿੱਠਾ ਪਾ ਦਿਓ। ਇਹਦਾ ਮਤਲਬ ਜੋ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਤਿਆਰ ਕਰ ਰਹੇ ਸਨ, ਜੇ ਕਿਤੇ ਉਸੇ ਨੂੰ ਪਿਲਾ ਦਿੱਤਾ ਜਾਂਦਾ ਫਿਰ ਤਾਂ ਕੰਮ ਬਹੁਤ ਖਰਾਬ ਹੋਣਾ ਸੀ। ਇਹਨਾਂ ਲਿਖਤਾਂ ਦੇ ਅਨੁਸਾਰ ਮੈਂ ਗੱਲ ਕਰ ਰਿਹਾ। ਸੋ ਇਹ ਸਵਾਲ ਹੈ ਕਿ ਉਹ ਮਿਸ਼ਰੀ ਜਾਂ ਪਤਾਸੇ ਕਿਸ ਨੇ ਪਾਏ। ਫਿਰ ਅਗਲਾ ਸਵਾਲ ਹੈ, ਪਹੁਲ ਤਿਆਰ ਕਰਦੇ ਸਮੇਂ ਕਿਹੜੀ ਮਾਤਾ ਨੇ ਹਿੱਸਾ ਪਾਇਆ, ਕਿਉਂਕਿ ਹਰ ਗ੍ਰੰਥ ਆਪਣੀ ਆਪਣੀ ਕਹਾਣੀ ਲਿਖਦਾ ਹੈ। ਕੋਈ ਇਹਨਾਂ ਗੱਲਾਂ 'ਚ ਇਹ ਗ੍ਰੰਥ ਰਲਦੇ ਨਹੀਂ। ਮਨਮਤ ਦਾ ਪ੍ਰਚਾਰ ਕਰਨ ਲਈ ਸਾਰੇ ਕਾਰਬਨ ਕਾਪੀ ਨੇ, ਸਿੱਖੀ ਨੂੰ ਖਤਮ ਕਰਨ ਲਈ ਸਾਰੇ ਇੱਕੋ ਹੀ ਗੱਲ ਬੋਲਦੇ ਨੇ, ਕਿਉਂਕਿ ਸਾਰੀਆਂ ਕਹਾਣੀਆਂ ਨਕਲੀ ਨੇ। ਜੇ ਅਸਲੀ ਹੁੰਦੀਆਂ ਤਾਂ ਫਿਰ ਇੱਕੋ ਹੀ ਕਹਾਣੀ ਹੋਣੀ ਸੀ। ਉਹਨਾਂ ਵਿੱਚ ਅੰਤਰ ਆ ਗਿਆ, ਸਮੇਂ ਅਨੁਸਾਰ ਅੰਤਰ ਕਰਦੇ ਰਹੇ। ਅਸੀਂ ਉਹਦੇ ਵਿੱਚ ਕਿਸੇ ਨੇ ਲਿਖ ਦਿੱਤਾ। ਹੁਣ ਸਵਾਲ ਇਹ ਕਰਦੇ ਨੇ, ਮਾਤਾ ਜੀਤੋ ਨੇ ਪਾਏ ਜਾਂ ਮਾਤਾ ਸੁੰਦਰੀ ਨੇ ਪਾਏ ਜਾਂ ਮਾਤਾ ਸਹਿਬ ਦੇਵਾ ਨੇ ਪਾਏ ਜਾਂ ਮਾਤਾ ਗੁਜਰੀ ਜੀ ਨੇ ਪਾਏ ਜਾਂ ਮਾਤਾ ਨਾਨਕੀ ਜੀ ਨੇ ਪਾਏ। ਇਹ ਪੰਜ ਮਾਤਾਵਾਂ ਦਾ ਤਿੰਨ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ, ਇੱਕ ਗੁਰੂ ਜੀ ਦੀ ਮਾਤਾ ਜੀ, ਇੱਕ ਗੁਰੂ ਜੀ ਦੀ ਦਾਦੀ ਜੀ। ਪੰਜ ਔਰਤਾਂ ਦਾ ਜ਼ਿਕਰ ਅਲੱਗ-ਅਲੱਗ ਗ੍ਰੰਥਾਂ ਵਿੱਚ ਕੀਤਾ ਜਾਂਦਾ। ਅਸੀਂ ਜਾਣਾਂਗੇ ਕਿ ਪਤਾਸੇ ਜਾਂ ਮਿਸ਼ਰੀ ਕਿਸ ਨੇ ਪਾਈ। ਅਗਲਾ ਜਿਹੜਾ ਸਵਾਲ ਹੈ, ਇਸ ਸਮਾਗਮ ਵਿੱਚ ਚੰਡੀ ਮਾਤਾ ਜਾਂ ਦੁਰਗਾ ਮਾਤਾ ਦਾ ਕੀ ਰੋਲ ਸੀ? ਕੀ ਕਿਸੇ ਦੇਵੀ ਦਾ ਰੋਲ ਸੀ? ਚੰਡੀ ਦਾ, ਦੁਰਗਾ ਦਾ ਕੋਈ ਰੋਲ ਸੀ? ਅਸੀਂ ਉਸ ਦੇ ਬਾਰੇ ਵੀ ਸਵਾਲ ਪੁੱਛਿਆ ਜਾਂਦਾ, ਉਸ ਦੇ ਬਾਰੇ ਵੀ ਅਸੀਂ ਇਸ ਗ੍ਰੰਥ ਵਿੱਚੋਂ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਗੋਬਿੰਦ ਰਾਏ ਨੂੰ ਖੰਡੇ ਦੀ ਪੌਲ ਕਿਸਨੇ ਸਿਖਾਈ? ਗੁਰੂ ਗੋਬਿੰਦ ਸਿੰਘ ਜੀ ਨੂੰ ਖੰਡੇ ਦੀ ਪੌਲ ਕਿਸਨੇ ਸਿਖਾਈ? ਕਿਉਂਕਿ ਹਰ ਗ੍ਰੰਥ ਆਪਣੀ ਆਪਣੀ ਗੱਲ ਕਰਦਾ ਹੈ, ਔਰ ਸਾਡੇ ਪ੍ਰਚਾਰਕਾਂ ਨੇ ਤੇ ਹੱਦ ਹੀ ਲਾ ਦਿੱਤੀ। ਇਹ ਕਹਾਣੀਆਂ ਬਣਾਉਣ ਲੱਗੇ ਬੜੇ ਕਾਲੇ ਨੇ, ਉਹ ਬੜੀਆਂ ਰੌਚਕ ਨਵੀਆਂ ਕਹਾਣੀਆਂ ਬਣਾਉਂਦੇ ਆ। ਇਹ ਲਿਖਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਆਪ ਉਹਨਾਂ ਅੱਗੇ ਜਾਚਨਾ ਕੀਤੀ, ਬੇਨਤੀ ਕੀਤੀ ਕਿ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਤਾਂ ਕਹਿੰਦੇ ਨੇ ਭਾਈ ਦਇਆ ਸਿੰਘ ਕਹਿਣ ਲੱਗਾ,
ਭਈ ਅਸੀਂ ਸਿਰ ਦਿੱਤਾ ਤੁਸੀਂ ਕੀ ਦਿਓਗੇ। ਤਾਂ ਗੁਰੂ ਗੋਬਿੰਦ ਸਿੰਘ ਦੇ ਮੁਖ ਤੋਂ ਕਹਾਇਆ ਜਾ ਰਿਹਾ, ਮੈਂ ਆਪਣਾ ਸਰਬੰਸ ਵਾਰ ਦਿਆਂਗਾ। ਇਹ ਕਹਾਣੀਆਂ ਸਾਡੇ ਪ੍ਰਚਾਰਕਾਂ ਨੇ, ਸਾਡੇ ਪੁਜਾਰੀਆਂ ਨੇ ਘੜੀਆਂ ਔਰ ਸਾਡੇ ਦਿਮਾਗਾਂ ਵਿੱਚ ਚੰਗੀ ਤਰ੍ਹਾਂ ਭਰ ਦਿੱਤੀਆਂ। ਪਰ ਅਸੀਂ ਇਸ ਗ੍ਰੰਥ ਵਿੱਚੋਂ ਜਾਣਾਂਗੇ ਕਿ ਗੁਰੂ ਗੋਬਿੰਦ ਰਾਏ ਨੂੰ ਖੰਡੇ ਦੀ ਪੌਲ ਦੇ ਕੇ ਜਾਂ ਅੰਮ੍ਰਿਤ ਛਕਾ ਕੇ ਕਿਸ ਨੇ ਗੁਰੂ ਗੋਬਿੰਦ ਸਿੰਘ ਦਾ ਨਾਮ ਦਿੱਤਾ। ਅੱਗੇ ਇੱਕ ਹੋਰ ਸਵਾਲ ਹੈ ਕਿ ਗੁਰੂ ਗੋਬਿੰਦ ਰਾਏ ਜੀ ਅਤੇ ਸਿੱਖਾਂ ਨੇ ਇੱਕੋ ਜਿਹਾ ਹੀ ਅੰਮ੍ਰਿਤ ਛਕਿਆ ਜਾਂ ਅਲੱਗ-ਅਲੱਗ ਤਰ੍ਹਾਂ ਦਾ? ਕਿ ਅੰਮ੍ਰਿਤ ਇੱਕੋ ਹੀ ਸੀ ਜਾਂ ਉਹਦੇ ਵਿੱਚ ਫਰਕ ਸੀ? ਇਹ ਸਵਾਲ ਦਾ ਜਵਾਬ ਵੀ ਅਸੀਂ ਇਸ ਗ੍ਰੰਥ ਵਿੱਚੋਂ ਲੱਭਾਂਗੇ। ਕਿੰਨੇ ਹਜ਼ਾਰ ਲੋਕਾਂ ਨੇ ਅੰਮ੍ਰਿਤ ਛਕਿਆ? ਕਿਉਂਕਿ ਜਦੋਂ ਅਸੀਂ ਗੱਪਾਂ ਮਾਰਨ ਲੱਗਦੇ ਨਾ, ਗੱਪਾਂ ਮਾਰਦੇ ਮਾਰਦੇ ਪਹਾੜ ਤੋਂ ਵੀ ਉੱਚੀਆਂ ਉੱਚੀਆਂ ਗੱਪਾਂ ਮਾਰ ਦਿੰਦੇ ਨੇ। ਕੋਈ 70,000, ਕੋਈ 80,000 ਦੱਸਦਾ, ਕੋਈ ਤਾਂ 10 ਲੱਖ ਦੱਸੀ ਜਾਂਦਾ ਕਿ 10 ਲੱਖ ਦਾ ਇਕੱਠ ਹੋਇਆ ਸੀ, ਫਿਰ ਸਾਰਿਆਂ ਨੇ ਅੰਮ੍ਰਿਤ ਛਕ ਲਿਆ। ਤੇ ਅਸੀਂ ਜਾਣਾਂਗੇ ਇਸ ਗ੍ਰੰਥ ਵਿੱਚੋਂ, ਜਿਹੜਾ ਸਭ ਤੋਂ ਪੁਰਾਤਨ ਗ੍ਰੰਥ ਹੈ, ਕਿ ਕਿਤਨੇ ਲੋਕਾਂ ਨੇ ਅੰਮ੍ਰਿਤ ਛਕਿਆ, ਕਿਤਨੇ ਸਿੱਖਾਂ ਨੇ ਅੰਮ੍ਰਿਤ ਛਕਿਆ। ਅੱਗੇ ਜਿਹੜੀ ਗੱਲ ਆਉਂਦੀ ਹੈ ਕਿ ਗੁਰੂ ਜੀ ਨੇ ਕਿਹੜੀਆਂ ਰਹਿਤਾਂ ਦ੍ਰਿੜ ਕਰਾਈਆਂ? ਕਿਉਂਕਿ ਰਹਿਤਾਂ ਕੁਰਹਿਤਾਂ ਬਹੁਤ ਕੁਛ ਸਾਨੂੰ ਅੱਜ ਅੰਮ੍ਰਿਤ ਸੰਚਾਰ ਦੇ ਸਮੇਂ ਦ੍ਰਿੜ ਕਰਾਇਆ ਜਾਂਦਾ ਹੈ। ਤੇ ਅਸੀਂ ਦੇਖਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਮਾ ਪ੍ਰਕਾਸ਼ ਦੇ ਕਰਤਾ ਸਰੂਪ ਦਾਸ ਭੱਲਾ ਜੋ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਨੇ ਕਿਹੜੀਆਂ ਰਹਿਤਾਂ ਤੇ ਕੁਰਹਿਤਾਂ ਨੂੰ ਦ੍ਰਿੜ ਕਰਾਇਆ। ਸੋ ਅੱਗੇ ਅਸੀਂ ਹੁਣ ਜਾਣਾਂਗੇ ਕਿ ਭਾਈ ਜਿਹੜਾ ਅਸਲੀ ਸਬਜੈਕਟ ਹੈ, ਅਸੀਂ ਸ਼ੁਰੂ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਅੰਮ੍ਰਿਤ ਸੰਚਾਰ ਕਰਨ ਲੱਗੇ ਹੈ, ਇਹ ਸਾਖੀ ਨੰਬਰ 18 ਹੈ। ਇਸ ਦਾ ਪੰਨਾ ਨੰਬਰ ਜੋ ਹੈ 410 ਹੈ ਔਰ ਇਸ ਦੇ ਉੱਤੇ ਅਸੀਂ ਇਹ ਵਿਚਾਰ ਕਰਦੇ ਹਾਂ। ਸ਼੍ਰੀ ਸਤਿਗੁਰੂ ਜੀ ਨੇ ਖੰਡੇ ਪੌਲ ਦੇ ਕਰ ਖਾਲਸੇ ਦਾ ਸਰੂਪ ਮਿਰਜ਼ਾਦ ਪ੍ਰਗਟ ਕੀਆ। ਦੋਹਰਾ ਤਬ ਤਨ ਪੰਥ ਮਿਰਜ਼ਾਦ ਪਰ ਤਰੇ ਕਲਕੀ ਧਰਮ ਪ੍ਰਕਾਸ਼। ਸੀਸ ਕੇਸ ਨਾਲ ਅੰਬਰੀ ਸਿੰਘ ਸਿੰਘੀਆਂ ਤੇਜ ਨਿਵਾਸ। ਇੱਕ ਕਲਕੀ ਅਵਤਾਰ ਹੋਣਾ ਜਿਹੜਾ ਪੁਰਾਤਨ ਮਿਥਿਹਾਸਕ ਗ੍ਰੰਥਾਂ ਵਿੱਚ ਲਿਖਿਆ ਹੋਇਆ। ਇਹ ਜਿਹੜਾ ਲਿਖਾਰੀ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਕਲਕੀ ਅਵਤਾਰ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਵੇਂ ਪੰਥ ਦੀ ਸਿਰਜਣਾ, ਉਸ ਦੀ ਮਰਜ਼ਾਦਾ ਦੇ ਬਾਰੇ ਗੱਲ ਕਰਦਾ ਹੈ। ਮਰਜ਼ਾਦਾ ਵਿੱਚ ਇਹ ਸਿਰਫ 2 ਗੱਲਾਂ ਦੱਸਦਾ। ਪੂਰੇ ਗ੍ਰੰਥ ਵਿੱਚ ਸਿੱਖਾਂ ਦੀ ਮਰਜ਼ਾਦਾ ਬੰਨਣ ਲੱਗੇ 2 ਗੱਲਾਂ ਦੱਸਦਾ। ਇੱਕ ਗੱਲ ਇਹ ਕਿ ਸਿੱਖਾਂ ਦੇ ਨਾਲ ਨਾਮ ਦੇ ਨਾਲ ਸਿੰਘ ਜੋੜ ਦਿੱਤਾ, ਔਰ ਦੂਜੀ ਮਰਜ਼ਾਦਾ ਦੱਸਦਾ ਕਿ ਕੇਸ ਰੱਖਣ ਦਾ ਹੁਕਮ ਕੀਤਾ। ਮਤਲਬ ਇਹਨਾਂ ਗ੍ਰੰਥਾਂ ਦੇ ਲਿਖਾਰੀਆਂ ਦੀ ਹਰ ਗੱਲ ਵਿੱਚ ਐਟਮ ਬੰਬ ਹੈ। ਜ਼ਰਾ ਧਿਆਨ ਨਾਲ ਸਮਝਣਾ। ਮਤਲਬ ਇਹਨਾਂ ਦੇ ਲਿਖਣ ਅਨੁਸਾਰ ਪਹਿਲੀ ਪਾਤਸ਼ਾਹੀ ਤੋਂ ਲੈ ਕੇ 9ਵੀਂ ਪਾਤਸ਼ਾਹੀ ਤੱਕ ਜਾਂ 10ਵੀਂ ਪਾਤਸ਼ਾਹੀ ਦੇ ਹੁਣ ਤੱਕ ਦੇ ਸਮੇਂ ਤੱਕ ਹਾਲੇ ਤੱਕ ਸਿੱਖਾਂ ਨੂੰ ਕੇਸ ਰੱਖਣ ਦਾ ਹੁਕਮ ਨਹੀਂ ਸੀ। ਇਹ ਹੁਕਮ ਸਿਰਫ ਤੇ ਸਿਰਫ ਦਸ਼ਮੇਸ਼ ਪਿਤਾ ਨੇ ਦਿੱਤਾ, ਜਾਂ ਦੂਜੇ ਲਫ਼ਜ਼ਾਂ ਵਿੱਚ ਪਹਿਲੇ ਗੁਰੂ ਸਾਹਿਬਾਨਾਂ ਨੇ ਗੋੜੇ ਵਿੱਚੋਂ ਇੱਕ ਪੂਣੀ ਵੀ ਨਹੀਂ ਕੱਤੀ ਸੀ। ਐਵੇਂ ਗੱਲਾਂ ਕਹਾਣੀਆਂ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਇਸ ਲਿਖਾਰੀ ਅਨੁਸਾਰ। ਕਿਉਂਕਿ ਹੁਣ ਇਹ ਲਾਜ਼ਮੀ ਕਰ ਰਿਹਾ ਕੇਸ ਰੱਖਣੇ ਤੇ ਨਾਲ ਨਾਮ ਸਿੰਘ ਜੋੜਨਾ। ਚੌਪਈ ਇੱਕ ਤਸਤਾ ਚਮਚਾ ਲੋਹੇ ਮੰਗਾਇਆ,
एक लोहे का भांडा जिहड़ा बाल्टी की तरह हुंदा है ते नाल एक चमचा मंगाया। तामो खंडे इशनान कराया। खंडे नूं ਉਹਦੇ ਵਿੱਚ इशनान कराया। आ अमृत तैयार करने की विधि में दसन लगा है ये लिखारी। यह सब तो पुरातन ग्रंथ है। हुण खंडे बारे जानना असी पिछली वीडियो में विचारिया सी। एक खंडा मैं सवाल किया सी ना, ये दुर्गा देवी का चंडी देवी का की रोल है। यह ग्रंथ नूं पढ़ के इंज लगता है कि गुरु गोबिंद सिंह जी तो एक सिर्फ फॉर्मलिटी पूरी कर रहे हैं। ये अमृत गुरु गोबिंद सिंह जी का नहीं है, ये खंडे की पौल देवी दे खंडे दी है। जिहड़ा असी पिछली वीडियो में विचारिया सी कि जदों देवी का हवन किया गुरु गोबिंद सिंह जी ने, देवी प्रगट होई तो देवी ने कुंड विच खंडा सुट दिता सी। फिर गुरु गोबिंद सिंह जी ने जिहड़े पंडितां नूं कहा पानी ते दुध लैके आओ। हवन कुंड विच पानी ते दुध पाया, उत्थों खंडा बाहर कढ़िया। वो जिहड़ा खंडा देवी ने दिता सी, उस खंडे दा एक लोहे दे बर्तन विच इशनान कराया। ना खंडा फेरिया ना कुछ होर कीता, पानी लियांदा जल लियांदा, लोहे दे बर्तन विच खंडे दा इशनान कराता। इशनान करा के जिहड़ा पानी बचिया, जिहड़ा जल बचिया, उसनूं कहंदे हन खंडे की पौल। खंडे की पौल पई तैयार। लो जी, इन्नी कहानी लिखी आ, जिहड़ा सब तो पुराना इतिहासक ग्रंथ है। हुण इहदे विच ना तां कोई बाणी पढ़ी है, कोई बाणी नहीं पढ़ी। जिहड़ियां पंज बाणियां दा जिक्र करदे ना, ਸਰੂਪ दास भल्ला ने सारा टंटा ही नवेड़ दिता भी सिखो एवें झगड़ी जाते लड़ी जाते हो। गुरु गोबिंद सिंह जी ने तो कोई बाणी पढ़ी नहीं, उन्होंने तो खंडा देवी का दिता होया सी। लोहे का बर्तन कोलों लिया, पानी हो सकता सतलुज दरिया तो लिया होवे, इत्थे नहीं लिखिया। वो खंडे नूं इशनान कराया। इशनान करा के जिहड़ा पानी बचिया, इशनान वाला पानी, उसनूं खंडे दी पौल कहंदे हन। वो पौल ही अमृत है, उही सिखां नूं छकाया गया। खंडे दी पौल पई तैयार, तब सिख मुखिए प्रभ लीए हकार। तद मुखी सिखां नूं गुरु गोबिंद राय ने बुला लिया। सिंह हाले बनना, हाले गुरु गोबिंद सिंह नहीं बने। निज चरण पखाल गागरे तरा। हुण एक होर इहदे विच नुकता है कवि लिख के दस रहा। अपने चरनां नूं धो के वो पानी एक गागर विच पाया। निज चरण पखाल गागरे धरा, कर बंद लखौटा मोहर मुख करा। ओहदे मूँह नूं बंद करके उत्थे अपनी मोहर ला दी। सतरुद्र, सतलुज नूं सतरुद्र लिखिया होया। मां अमान तराया। वो जिहड़ा गागर विच पाया सी चरण अमृत, उसनूं सतलुज दे विच अमानत रख दिता, सीलबंद करके। इहदे विच सानूं इह लिखारी की दसना चाहुंदा है कि गुरु हुण तक सिखां नूं चरण अमृत दिता जांदा सी। मेरा ख्याल है 99 नहीं सारे सिख इस गल नूं मनदे होणे आ, क्योंकि भाई गुरदास की अखबार विच भी लिखिया होया, चरण धोए रह रास कर, चरण अमृत सिखां पिलाया। पर मैं तुहानूं अपनी जाति समझ राय दसन लगा, तुहाडी मर्जी है तुसीं किवें मनना। मैनूं गुरबाणी पढ़ के समझ के जो हुण तक समझ आया कि साडे गुरु नानक पातशाह
ਜਿਹੜੇ ਆਪਣੇ ਆਪ ਨੂੰ ਇਤਨੀ ਨਿਮਰਤਾ ਵਿੱਚ ਰੱਖਦੇ ਹਨ। ਹੋਂ ਢਾਡੀ ਵੇਕਾਰ ਕਾਰੇ ਲਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਜਿਹੜੇ ਸਤਿਗੁਰੂ ਇਹ ਕਹਿੰਦੇ ਨੇ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਿਆ ਦੀਵਾਨਾ ਛਾਹ ਕਾ ਨਾਨਕ ਬੌਰਾਨਾ, ਹੋਂ ਹਰ ਬਿਨ ਔਰ ਨਾ ਜਾਣਾ। ਉਹ ਜਿਹੜਾ ਨਿਮਰਤਾ ਦਾ ਪੁੰਜ ਗੁਰੂ ਨਾਨਕ ਪਾਤਸ਼ਾਹ, ਕੀ ਸੋਚਦੇ ਹੋ ਕਿ ਉਹ ਆਪਣੇ ਪੈਰ ਧੋ ਕੇ ਸੰਗਤਾਂ ਨੂੰ ਪੜਾਉਂਦੇ ਹੋਣਗੇ, ਸਿੱਖ ਬਣਾਉਂਦੇ ਹੋਣਗੇ, ਜਾਂ ਅੱਗੋਂ ਇਹ ਰੀਤ ਉਹਨਾਂ ਨੇ ਅੱਗੇ ਵਾਲੇ ਗੁਰੂ ਸਾਹਿਬਾਨ ਨੂੰ ਦੱਸੀ ਹੋਏਗੀ? ਸੋਚਦੇ ਹੋ? ਮੇਰੇ ਮਨ ਨੂੰ ਇਹ ਗੱਲ ਨਹੀਂ ਮੰਨਦੀ, ਕਿਉਂਕਿ ਗੁਰਬਾਣੀ ਦੇ ਆਧਾਰ 'ਤੇ ਭਾਵੇਂ ਤੁਸੀਂ ਸਾਰੇ ਮੰਨ ਲਓ, ਮੇਰਾ ਮਨ ਨਹੀਂ ਮੰਨਦਾ ਕਿ ਸਤਿਗੁਰੂ ਜੀ ਆਪਣੇ ਪੈਰ ਧੋ ਕੇ ਸਿੱਖਣ। ਯਾਰ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਕਹਿੰਦੇ ਨੇ ਕਿ ਜਦੋਂ ਸਿੱਧਾ ਨੇ ਪੁੱਛਿਆ ਸੀ ਵੀ ਤੇਰਾ ਗੁਰੂ ਕੌਣ ਹੈ, ਤੇ ਜੇ ਸਤਿਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਸ਼ਬਦ ਗੁਰੂ, ਮੇਰਾ ਗੁਰੂ ਗਿਆਨ ਹੈ, ਸੁਰਤ ਧੁਨ ਚੇਲਾ, ਮੇਰੀ ਸੁਰਤ ਉਸ ਗਿਆਨ ਦੀ ਧੁਨ ਉਹਦੀ ਚੇਲਾ ਹੈ, ਗਿਆਨ ਮੇਰੀ ਸੁਰਤ ਨੇ ਲੈਣਾ। ਸਰੀਰ ਕਿਸੇ ਨੂੰ ਉਹਨੇ ਸਾਹਮਣੇ ਰੱਖਿਆ ਨਹੀਂ, ਤੇ ਆਪਣੇ ਸਰੀਰ ਦੇ ਪੈਰ ਧੋ ਕੇ ਪੜਾਉਂਦੇ ਹੋਣਗੇ। ਤੁਸੀਂ ਮੇਰੇ ਨਾਲ ਡਿਫਰ ਕਰ ਸਕਦੇ ਹੋ, ਤੁਸੀਂ ਮੰਨਦੇ ਹੋ ਮੰਨੇ ਜਾਓ, ਪਰ ਮੈਨੂੰ ਇਹ ਅਪੀਲ ਨਹੀਂ ਕਰਦਾ, ਮੈਂ ਨਹੀਂ ਮੰਨਦਾ। ਸੋ ਇਹਦੇ ਵਿੱਚ ਜੋ ਇਸ ਕਵੀ ਨੇ ਸਰੂਪ ਦਾਸ ਭੱਲਾ ਨੇ ਉਹ ਗੱਲ ਨੂੰ ਇੱਥੇ ਉਜਾਗਰ ਕਰਨ ਲਈ ਕਿ ਹੁਣ ਤੱਕ ਚਰਨ ਅੰਮ੍ਰਿਤ ਪਿਲਾਇਆ ਜਾਂਦਾ ਸੀ, ਉਸ ਰੀਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੰਦ ਕਰਕੇ ਆਪਣੇ ਚਰਨ ਅੰਮ੍ਰਿਤ ਦੀ ਗਾਗਰ ਜਿਹੜੀ ਹੈ ਉਹ ਭਰ ਕੇ, ਉਹਦਾ ਮੂੰਹ ਬੰਦ ਕਰਕੇ, ਉਹਦੇ 'ਤੇ ਮੋਹਰ ਲਾ ਕੇ ਉਸ ਨੂੰ ਸਤਲੁਜ ਨਦੀ ਦੀ ਅਮਾਨਤ ਉਹਦੇ ਵਿੱਚ ਰੱਖ ਦਿੱਤਾ। ਸੋ ਇਹ ਜੋ ਲਿਖਿਆ ਹੋਇਆ ਮੈਂ ਤੁਹਾਨੂੰ ਦੱਸਦਾ। ਖੰਡੇ ਕੀ ਪਹੁਲ ਹੁਕਮ ਫਰਮਾਇਆ, ਇਹ ਦੱਸਿਆ ਵੀ ਹੁਣ ਤੋਂ ਤੁਸੀਂ ਖੰਡੇ ਦੀ ਪਹੁਲ ਲੈਣੀ ਹੈ। ਪਹੁਲ ਕਿੱਦਾਂ? ਉਹ ਖੰਡੇ ਨੂੰ ਧੋ ਕੇ ਤਾਂ ਉਹ ਜਿਹੜਾ ਜਲ ਹੈ ਅੰਮ੍ਰਿਤ ਬਣ ਗਿਆ, ਪਹੁਲ ਬਣ ਗਈ, ਉਸ ਨੂੰ ਪੀਣਾ ਹੈ। ਹੁਣ ਸਿੱਖ ਤੁਸੀਂ ਐਵੇਂ ਬਣਨਾ ਹੈ। ਫਿਰ ਕੀ ਹੋਇਆ? ਤਬ ਮਾਤਾ ਨਾਨਕੀ ਸੁਣ ਜੈ ਬਾਤ, ਜਦੋਂ ਮਾਤਾ ਨਾਨਕੀ ਭਾਵ ਗੁਰੂ ਗੋਬਿੰਦ ਸਿੰਘ ਜੀ ਦੀ ਦਾਦੀ ਜੀ, ਗੁਰੂ ਤੇਗ ਬਹਾਦਰ ਜੀ ਮਾਤਾ ਜੀ, ਉਹਨਾਂ ਨੇ ਜਦੋਂ ਆ ਸਾਰੀ ਗੱਲਬਾਤ ਸੁਣੀ, ਉਹ ਉੱਥੇ ਆਏ ਤੇ ਆ ਕੇ ਕੀ ਕਹਿੰਦੇ ਨੇ? ਆਏ ਸਤਿਗੁਰੂ ਪੈ ਕੰਪਤ ਗਾਤ, ਉਹ ਮਤਲਬ ਡਰਦੀ ਡਰਦੀ ਕੰਬਦੀ ਆਈ, ਕਿਉਂਕਿ ਗੁਰੂ ਸਾਹਿਬ ਬਹੁਤ ਹੀ ਜਾਹੋ ਜਲਾਲ ਵਿੱਚ ਸਨ। ਕਰ ਜੋੜ ਬੇਨਤੀ ਕਹੀ ਸੁਣਾਏ, ਹੱਥ ਜੋੜ ਕੇ ਦਾਦੀ ਮਾਂ ਨੇ ਬੇਨਤੀ ਕੀਤੀ, ਇਹ ਨਹੀਂ ਜੁਗਤ ਕਾ ਕਰੋ ਬਣਾਏ। ਵੀ ਆਹ ਕੀ ਨਵਾਂ ਤਰੀਕਾ ਤੁਸੀਂ ਕੀ ਕੱਢਿਆ? ਇਹ ਨਵੀਂ ਜੁਗਤ ਕਿੱਥੋਂ ਆਈ? ਇਹ ਤਸਤਾ ਭਰਾ ਤੇਜ ਕਾ ਦਿਸੈ, ਇਹ ਜਿਹੜਾ ਤੁਹਾਡਾ ਤਸਤਾ ਹੈ, ਇਹ ਬਰਤਨ ਹੈ ਲੋਹੇ ਦਾ, ਇਹ ਮੈਨੂੰ ਬਹੁਤ ਤੇਜ਼ ਵਾਲਾ ਲੱਗਦਾ, ਭਾਵ ਇਹ ਬਹੁਤ ਤਿੱਖਾ ਆ, ਇਹਦੇ ਨਾਲ ਨੁਕਸਾਨ ਹੋ ਸਕਦਾ। ਜੇ ਇਹ ਤਿੱਖਾ ਅੰਮ੍ਰਿਤ ਹੈ ਪਹੁਲ ਸਿੱਖ ਛਕਣਗੇ ਤਾਂ ਨੁਕਸਾਨ ਹੋ ਸਕਦਾ, ਵੱਢ ਕੱਟ ਹੋ ਕੇ ਮਰ ਜਾਣਗੇ, ਤਾਂ ਬਹੁਤ ਤਿੱਖਾ ਲੱਗਦਾ। ਕੋ ਨਾ ਸਹਾਰ ਸਕੇਗਾ ਇਸੇ, ਕੋਈ ਵੀ ਸਿੱਖ ਇਸ ਨੂੰ ਸਹਾਰ ਨਹੀਂ ਸਕੇਗਾ। ਤਬ ਹੱਸ ਬੋਲੇ ਸਾਹਿਬ ਮਾਤਾ ਪ੍ਰਿਤ, ਆਪਣੇ ਪਿਤਾ ਦੀ ਮਾਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਹੱਸ ਕੇ ਕਹਿਣ ਲੱਗੇ, ਤੁਮ ਸਾਚ ਕਹਿਤ ਹੋ ਤੇਜ ਮਹਾਕ੍ਰਿਤ, ਇਹ ਜਿਹੜੀ ਮੈਂ ਕ੍ਰਿਤ ਕੰਮ ਚੀਜ਼ ਬਣਾਈ ਹੈ ਤੁਸੀਂ ਸੱਚ ਕਹਿੰਦੇ ਹੋ, ਇਹ ਬਹੁਤ ਤਿੱਖੀ ਹੈ, ਬਹੁਤ ਤੇਜ਼ ਹੈ। ਦੋਹਰਾ ਮੈਂ ਆਪ ਲੇਤ ਹੋਂ ਤੇਜ ਕੋ ਪੁਨ ਸਿੱਖਣ ਪਹੁਲ ਦਿਉ, ਪਹਿਲਾਂ ਮੈਂ ਇਸ ਨੂੰ ਆਪ ਛਕਦਾ, ਫਿਰ ਸਿੱਖਾਂ ਨੂੰ ਇਹ ਪਹੁਲ ਮੈਂ ਦੇਵਾਂਗਾ।
सब घट प्रगास होए तेज जब तब इनसे कारज लिऊं। ਜਦੋਂ ਸਾਰਿਆਂ ਦੇ ਹਿਰਦਿਆਂ ਵਿੱਚ ਬਹੁਤ ਤੇਜ਼ ਸ਼ਕਤੀ ਆ ਜਾਊਗੀ ਫਿਰ ਮੈਂ ਇਹਨਾਂ ਸਿੱਖਾਂ ਤੋਂ ਕੰਮ ਲਵਾਂਗਾ, ਕਾਰਜ ਲਿਉਂ। ਚੌਪਈ ਤਬ 5 ਚਮਚਾ ਮਹਾ ਤੇਜ ਭਰ ਪੀਆ। ਉਹ ਜਿਹੜੇ ਕਹਾਣੀਆਂ ਅਸੀਂ ਸੁਣਦੇ ਹਾਂ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਹੱਥ ਜੋੜ ਕੇ ਪੰਜਾਂ ਪਿਆਰਿਆਂ ਅੱਗੇ ਖੜੇ ਹੋ ਗਏ ਵੀ ਹੁਣ ਮੈਨੂੰ ਅੰਮ੍ਰਿਤ ਛਕਾਓ, ਹੁਣ ਮੈਨੂੰ ਸਿੱਖ ਬਣਾਓ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਉਹ ਸਾਰੀ ਵਾਰਤਾਲਾਪ ਇਹ ਕਵੀ ਉਸ ਨੂੰ ਪੈਂਚਰ ਕਰ ਦਿੰਦਾ, ਖਤਮ ਕਰ ਦਿੰਦਾ। ਉਹ ਕਵੀ ਇਹ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਚਮਚੇ ਕੱਢ ਕੇ ਵਿੱਚੋਂ ਪਹਿਲਾਂ ਆਪ ਪੀਤੇ। ਤਬ 5 ਚਮਚਾ ਮਹਾ ਤੇਜ ਭਰ ਪੀਆ। ਜਿਮ ਅਗਸਤ ਸਿੰਧ ਆਚਮਨ ਕੀ। ਅਗਸਤ ਮੁਨੀ ਦੀ ਪੁਰਾਣੀ ਇਤਿਹਾਸਕ ਗਾਥਾ ਨੂੰ ਇੱਥੇ ਇਹ ਕਵੀ ਰੈਫਰੈਂਸ ਦਿੰਦਾ ਹੈ। ਪੁੰਨ ਪੌਲ ਦੇਣ ਸਿੱਖਣ ਕੋ ਲਾਗੇ। ਫਿਰ ਸਿੱਖਾਂ ਨੂੰ ਪੌਲ ਦੇਣ ਗੁਰੂ ਸਾਹਿਬ ਲੱਗੇ ਹੀ ਸਨ। ਤਬ ਕਹਾ ਮਾਤਾ ਸੰਗਤ ਸੁਖ ਪਾਗੇ। ਫਿਰ ਮਾਤਾ ਜੀ ਨੇ ਅੱਗੇ ਹੋ ਕੇ ਕਿਹਾ ਕਿ ਭਾਈ ਰੁਕ ਜਾਓ, ਬਹੁਤ ਤਿੱਖਾ, ਬਹੁਤ ਮੁਸ਼ਕਿਲ ਹੋ ਜੂ। तब अब ही तेज ना सके सहार कर कृपा अवर कछ होए उपचार। माता जी कहते भी ये तेज, ये इन्नी शक्ति वाला खंडे की पौल या अमृत सिख सहार नहीं सकणगे। कुछ उपचार करो, कुछ जुगत बनाओ, कुछ तरीका नवा कढ़ो, कोई नवा फार्मूला लाओ, नहीं तो काम बहुत खराब हो जाएगा। तब सतगुरु मिश्री लई मंगाए। तद सतगुरु गुरु गोबिंद सिंह जी ने मिश्री मंगाई। पीसाए तस्टे म्यों दीनी पाए। ਉਹਨੂੰ ਮਿਸਤਰੀ ਨੂੰ ਪੀ ਕੇ ਉਸ ਤਸਟੇ, ਉਸ ਬਰਤਨ, ਲੋਹੇ ਦੇ ਬਰਤਨ ਵਿੱਚ ਉਸ ਨੂੰ ਪਾ ਦਿੱਤਾ। ਪ੍ਰਭ ਨਿਜ ਕਰ ਪੌਲ ਸੰਗਤ ਕੋ ਦੀਆ। ਤਾਂ ਆਪਣੇ ਹੱਥਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਪੌਲ ਦਿੱਤੀ, ਸਿੱਖਾਂ ਨੂੰ ਪੌਲ ਦਿੱਤੀ। ਸਿੰਘ ਸਿੰਘੀਆ ਨਾਮ ਪਦਵੀ ਸਭ ਕੀਆ। ਸਾਰਿਆਂ ਦਾ ਨਾਂ ਜਿਹੜਾ ਸਿੰਘ ਰੱਖ ਦਿੱਤਾ, ਸਿੰਘ ਸਿੰਘੀਆ। ਕੇਸਾ ਤਾਰੀ ਸਭ ਕੋ ਕੀਨਾ। ਆ 2 ਕੰਮ ਸਿਰਫ ਗੁਰੂ ਸਾਹਿਬ ਜੀ ਨੇ ਕੀਤੇ। 2 ਰਹਿਤਾਂ ਦੱਸੀਆਂ। ਇੱਕ ਨਾਮ ਬਦਲਿਆ, ਸਿੰਘ ਰੱਖ ਦਿੱਤਾ। ਦੂਜਾ ਕੇਸ ਰੱਖਣ ਦਾ ਹੁਕਮ ਕਰ ਦਿੱਤਾ। ਇਸ ਤੋਂ ਇਲਾਵਾ ਕੋਈ ਰਹਿਤ ਕੁਰਹਿਤ ਇਸ ਗ੍ਰੰਥ ਅਨੁਸਾਰ ਗੁਰੂ ਸਾਹਿਬ ਨੇ ਨਹੀਂ ਦੱਸੀ। ਬਾਕੀ ਅਸੀਂ ਸਭ ਕੁਝ ਆਪ ਬਣਾਇਆ ਹੈ। ਦੇਖੋ 2 ਰਾਸਤੇ ਨੇ। ਜਾਂ ਤਾਂ ਇਸ ਨੂੰ ਰੱਦ ਕਰ ਦਿਓ ਕਿ ਭਾਈ ਇਹ ਸਾਡਾ ਕੋਈ ਇਤਿਹਾਸਕ ਸਰੋਤ ਨਹੀਂ, ਜਾਂ ਫਿਰ ਇਸ ਨੂੰ ਮੰਨ ਲਓ। ਨਾ ਤਾਂ ਸਾਡੇ ਵਿਦਵਾਨ ਇਸ ਨੂੰ ਰੱਦ ਕਰਦੇ ਨੇ, ਨਾ ਇਸ ਨੂੰ ਮੰਨਦੇ ਨੇ, ਆਪਣੀ ਮਨ ਦੀ ਮਰਜ਼ੀ ਕਰਦੇ ਨੇ। ਭਾਈ ਇਸੇ ਕਰਕੇ ਅਸੀਂ ਮੰਨਣ ਵਾਲੀ ਕੋਈ ਚੀਜ਼ ਹੈ ਨਹੀਂ। ਮੈਂ ਨਹੀਂ ਕਹਿੰਦਾ ਮੰਨੋ, ਕੁਝ ਮੰਨਣ ਵਾਲੀ ਗੱਲ ਹੀ ਨਹੀਂ ਹੈ। ਪਰ ਜੇ ਕਹਿੰਦੇ ਇਤਿਹਾਸਕ ਸੋਮਾ ਫਿਰ ਮੰਨੋ ਬਈ। ਫਿਰ ਇਸ ਅਨੁਸਾਰ ਸਿੱਖ ਕੋਈ ਵੱਖਰੀ ਕੌਮ ਨਹੀਂ, ਕਿਉਂਕਿ ਖੰਡਾ ਤਾਂ ਦੇਵੀ ਨੇ ਦਿੱਤਾ ਸੀ, ਸ਼ਕਤੀ ਦੇਵੀ ਦੀ ਹੈ। ਫਿਰ ਤੁਹਾਡਾ ਕੀ ਹੈ? ਦੇਵੀ ਦੇ ਖੰਡੇ ਦਾ ਅੰਮ੍ਰਿਤ ਹੈ, ਉਹੀ ਪੌਲ ਹੈ। ਗੁਰੂ ਗੋਬਿੰਦ ਸਿੰਘ ਤਾਂ ਸਿਰਫ ਇੱਕ ਉਸ ਨੂੰ ਬਣਾਉਣ ਵਾਲੇ ਆ। ਉਹਦਾ ਜਿਹੜਾ ਆਧਾਰ ਹੈ ਉਹ ਦੇਵੀ ਹੈ, ਸ਼ਕਤੀ ਖੰਡੇ ਦੀ ਹੈ। ਖੰਡੇ ਨੂੰ ਨਲਾ ਕੇ ਉਸ ਨੂੰ ਧੋ ਕੇ ਉਹ ਜਿਹੜਾ ਖੰਡੇ ਪੌਲ ਤਿਆਰ ਕੀਤੀ ਹੈ ਤੇ ਸ਼ਕਤੀ ਸਾਰੀ ਦੇਵੀ ਦੀ ਹੋ ਗਈ। ਫਿਰ ਸਾਡਾ ਸਿੱਖਾਂ ਦਾ ਤੇ ਗੁਰੂ ਦਾ ਤਾਂ ਕੁਝ ਵੀ ਨਹੀਂ ਹੋਇਆ। ਜਾਂ ਤਾਂ ਐਵੇਂ ਮੰਨ ਲਓ ਵੀ ਸਿੱਖ ਕੋਈ ਵੱਖਰੀ ਕੌਮ ਨਹੀਂ ਤਾਂ ਫਿਰ ਭਾਈ ਕਹਿ ਦਿਓ ਇਹ ਗ੍ਰੰਥ ਸਾਡਾ ਕੁਝ ਨਹੀਂ ਲੱਗਦਾ, ਇਹਦੇ ਵਿੱਚ ਸਾਡੇ ਲਈ ਕੁਝ ਵੀ ਨਹੀਂ ਹੈ। ਸੋ ਅੱਗੇ ਸੁਣੋ। ਕੇਸਾ ਤਾਰੀ ਸਭ ਕੋ ਕੀਨਾ। ਵੀਰ ਸਰੂਪ ਸਭ ਕੋ ਪ੍ਰਭ ਦੀਨਾ। ਬਹਾਦਰ ਵਾਲਾ ਸਰੂਪ ਕੇਸਾ ਤਾਰੀ ਸਾਰਿਆਂ ਨੂੰ ਦੀਨਾ। ले पौल सब ही मगनाने। मस्त हो गए सारे। काहू को काहू नहीं जाने। कोई किसी की परवाह नहीं करता, जकारे छड्डण लग गए, बस भज्जे फिरते ने। महावीर होए गर्जन लागे। गर्जन लग गए, बस जकारे छड्डण लग गए।
बेपरवाह अकाल जप पागे, बेपरवाह हो गया। हुण ਇਹ ਜਿਹੜਾ ਇਤਿਹਾਸ ਹੈ, ਇਹ ਜਿਨ੍ਹਾਂ ਨੂੰ ਅਸੀਂ ਇਤਿਹਾਸਕ ਸੋਮੇ ਕਹਿੰਦੇ ਹਾਂ, ਉਹਦੇ ਵਿੱਚ ਭਾਈ ਆਹ ਕੁਝ ਲਿਖਿਆ ਹੋਇਆ। ਜੇ ਤਾਂ ਅਸੀਂ ਇਹਨਾਂ ਗ੍ਰੰਥਾਂ ਨੂੰ ਇਤਿਹਾਸਕ ਸੋਮੇ ਮੰਨਣਾ, ਫਿਰ ਆਹ ਗੱਲਾਂ ਮੰਨਣੀਆਂ ਪੈਣਗੀਆਂ। ਜੋ ਮੈਨੂੰ ਸਮਝ ਆਈ ਹੁਣ ਤੱਕ ਕਿ ਇੱਕ ਵੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ऐसा नहीं है ਜਿਹੜਾ ਸਿੱਖੀ ਦਾ ਕੁਝ ਭਲਾ ਕਰ ਸਕੇ। ਇਤਿਹਾਸ ਦੇ ਨਾਂ 'ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਸਾਰਾ ਤੋੜਨ ਦਾ ਉਪਰਾਲਾ ਕੀਤਾ ਗਿਆ ਹੈ, ਔਰ ਸਾਰੇ ਸਵਾਲਾਂ ਦੇ ਜਵਾਬ ਅਸੀਂ ਦੇ ਦਿੱਤੇ ਹਨ ਕਿ ਭਾਈ ਇਹਦੇ ਵਿੱਚ ਕਿਤੇ ਵੀ ਜੋ ਹੈ ਮਾਤਾ ਸੁੰਦਰੀ ਦਾ ਜਾਂ ਮਾਤਾ ਸਾਹਿਬ ਦੇਵਾਂ ਦਾ ਕਿਤੇ ਕੋਈ ਜ਼ਿਕਰ ਨਹੀਂ। ਔਰ ਸਭ ਤੋਂ ਵੱਡੀ ਗੱਲ ਜੋ ਇਸ ਗ੍ਰੰਥ ਦੇ ਵਿੱਚ ਸਭ ਤੋਂ ਖਤਰਨਾਕ ਗੱਲ ਮੈਨੂੰ ਕੀ ਲੱਗੀ ਹੈ, ਇਹਦੇ ਵਿੱਚ ਮਾਤਾ ਗੁਜਰੀ ਦਾ ਜ਼ਿਕਰ ਕਿਤੇ ਨਹੀਂ। ਮਾਤਾ ਗੁਜਰੀ ਦਾ ਜ਼ਿਕਰ ਕਿਤੇ ਨਹੀਂ। ਜਦੋਂ ਅਸੀਂ ਅੱਗੇ ਪੜ੍ਹਾਂਗੇ ਨਾ ਕਿ ਹੋਰ ਗੱਲਾਂ ਬਹੁਤ ਲਿਖੀਆਂ ਹੋਈਆਂ, ਮਾਤਾ ਗੁਜਰੀ ਨੂੰ ਮਾਈਨਸ ਕੀਤਾ ਹੋਇਆ। ਹੁਣ ਸਾਨੂੰ ਲੱਗਦਾ ਹੈ ਕਿ ਸਾਰੇ ਇਸ ਕੌਤਕ ਦੀ ਲੋੜ ਕਿਉਂ ਪਈ, ਸਾਰੇ ਸਵਾਲਾਂ ਦੇ ਜਵਾਬ, ਕਿਉਂਕਿ ਅਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਸੀ ਕਿ ਸਿੱਖ ਆਉਂਦੇ ਸੀ ਦੂਰੋਂ ਨੇੜਿਓਂ, ਉਹਨਾਂ ਨੂੰ ਰਾਹ 'ਚ ਲੋਕੀ ਕੁੱਟਦੇ ਸੀ, ਮਾਰਦੇ ਸੀ, ਤੇ ਗੁਰੂ ਸਾਹਿਬ ਨੇ ਅਨੁਭਵ ਕੀਤਾ ਕਿ ਸ਼ਕਤੀ ਪ੍ਰਗਟ ਦੇਵੀ ਪ੍ਰਗਟ ਕਰਨੀ ਆ, ਫਿਰ ਹੀ ਸਿੱਖ ਬਹਾਦਰ ਹੋਣਗੇ। ਇਹਦਾ ਕਾਰਨ ਇਹ ਹੈ, ਨਾ ਕਿ ਜੋ ਵਿਚਿੱਤਰ ਨਾਟਕ 'ਚ ਲਿਖਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਪੰਥ ਸਾਜਣਾ ਲਈ ਆਏ ਸਨ। ਇਹ ਸਿਰਫ ਇੱਕ ਸਮੇਂ ਤੇ ਸਥਾਨ ਦੇ ਅਨੁਸਾਰ ਇੱਕ ਮਜਬੂਰੀ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਦੇਵੀ ਨੂੰ ਪ੍ਰਗਟ ਕਰਕੇ ਖਾਲਸਾ ਪੰਥ ਨੂੰ ਪ੍ਰਗਟ ਕਰਨਾ, ਇਸ ਦੀ ਸਿਰਜਣਾ ਕਰਨੀ। ਇਹ ਕੌਤਕ ਕਦੋਂ ਕੀਤਾ ਗਿਆ, ਇਸ ਗ੍ਰੰਥ ਵਿੱਚ ਉਸ ਦਾ ਸੰਨ ਸੰਮਤ ਕੁਝ ਨਹੀਂ ਲਿਖਿਆ। ਬਾਕੀ ਗ੍ਰੰਥਾਂ ਵਿੱਚ ਕਿਸੇ ਤੇ 1695 ਤੇ ਕਿਸੇ ਤੇ 1699 ਲਿਖਿਆ ਹੋਇਆ, ਪਰ ਜਿਹੜਾ ਪੁਰਾਣਾ ਗ੍ਰੰਥ ਹੈ ਇਹਦੇ ਵਿੱਚ ਸੰਨ ਸੰਮਤ ਕੁਝ ਨਹੀਂ ਲਿਖਿਆ ਹੋਇਆ। ਫਿਰ ਕਿੰਨਾ ਇਕੱਠ ਹੋਇਆ ਸੀ। ਪਹਿਲੇ ਗ੍ਰੰਥਾਂ ਵਿੱਚ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਨੇ ਚਿੱਠੀਆਂ ਪਾ ਕੇ ਦੂਰੋਂ ਨੇੜੇ ਸਿੱਖਾਂ ਨੂੰ ਬੁਲਾਇਆ, ਪਰ ਇਹਦੇ ਵਿੱਚ ਚਿੱਠੀਆਂ ਬਾਅਦ ਵਿੱਚ ਪਾਈਆਂ। ਆ ਜਦੋਂ ਪ੍ਰੋਗਰਾਮ ਹੋ ਗਿਆ ਨਾ, ਫਿਰ ਗੁਰੂ ਸਾਹਿਬ ਨੇ ਦੂਰ ਦਰਾਡੇ ਚਿੱਠੀਆਂ ਪਾਈਆਂ, ਉਹਨਾਂ ਨੂੰ ਕਿਹਾ ਵੀ ਹੁਣ ਤੁਸੀਂ ਖੰਡੇ ਦੀ ਪੌਲ ਲਾਓ। ਇੱਥੇ ਇਸ ਪ੍ਰੋਗਰਾਮ ਵਿੱਚ ਕਿਸੇ ਨੂੰ ਇਨਫੋਰਮ ਨਹੀਂ ਕੀਤਾ, ਕਿਸੇ ਨੂੰ ਬੁਲਾਇਆ ਨਹੀਂ, ਕਿਸੇ ਨੂੰ ਦੱਸਿਆ ਨਹੀਂ, ਕਿਸੇ ਨੂੰ ਸੱਦਿਆ ਨਹੀਂ। ਤੇ ਇਸ ਕਰਕੇ ਇਕੱਠ ਹੋਣ ਦੀ ਹਜ਼ਾਰਾਂ ਲੱਖਾਂ ਦੀ ਉਹ ਸਾਰੀਆਂ ਗੱਪਾਂ ਹੀ ਲੱਗਦੀਆਂ, ਕਿਉਂਕਿ ਪੁਰਾਤਨ ਸਰੋਤ ਇਹਨੂੰ ਮੰਨਦੇ ਨਹੀਂ ਮੰਨਦੇ ਤਾਂ ਫਿਰ ਅਸੀਂ ਹੋਰ ਵਿਚਾਰਾਂ ਕਰਾਂਗੇ। ਪਰ ਇਸ ਅਨੁਸਾਰ ਇਕੱਠ ਦੀ ਕੋਈ ਗਿਣਤੀ ਨਹੀਂ ਹੈ। ਕਿ ਗੁਰੂ ਜੀ ਨੇ ਬੱਕਰੇ ਝਟਕਾਏ, ਬੱਕਰੇ ਝਟਕਾਉਣ ਜਾਂ ਸਿੱਖਾਂ ਦੇ ਸਿਰ ਹੀ ਨਹੀਂ ਮੰਗੇ, ਇੱਥੇ ਤਾਂ ਬੱਕਰੇ ਕਿਤੇ ਝਟਕਾਉਣੇ ਸੀ। ਕੋਈ 5 ਪਿਆਰਿਆਂ ਦੇ ਸਿਰ ਨਹੀਂ ਮੰਗੇ, ਇੱਥੇ 5 ਪਿਆਰਿਆਂ ਦੀ ਵੀ ਕੋਈ ਗੱਲ ਜ਼ਿਕਰ ਤੱਕ ਨਹੀਂ ਆ। ਜਿਹੜਾ ਅਸੀਂ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੰਗੀ ਕਿਰਪਾਨ ਲੈ ਕੇ ਆਏ ਸੀ, 5 ਸਿੱਖਾਂ ਦੇ ਸਿਰ ਮੰਗੇ ਸੀ, ਇੱਥੇ ਤਾਂ ਗੱਲ ਹੀ ਕੋਈ ਨਹੀਂ। ਉਹਨਾਂ ਨੇ ਖੰਡਾ ਲਿਆ, ਲੋਹੇ ਦੇ ਬਰਤਨ ਵਿੱਚ ਉਹਨੂੰ ਨਲਾ ਦਿੱਤਾ। ਉਹ ਨਲਾਉਣ ਤੋਂ ਬਾਅਦ ਖੰਡੇ ਨੂੰ ਜਿਹੜਾ ਪਾਣੀ ਬਚਿਆ ਉਹ ਖੰਡੇ ਦੀ ਪੌਲ ਹੋ ਗਈ, ਉਹ ਆਪ ਛਕਿਆ, ਸਿੱਖਾਂ ਨੂੰ ਛਕਾ ਦਿੱਤਾ। ਫਿਰ ਹੈ ਕਿ ਸਿੱਖਾਂ ਦੇ ਸਿਰ ਵੱਢ ਕੇ ਕਿਵੇਂ ਜੋੜੇ, ਵੱਢੇ ਹੀ ਨਹੀਂ ਤਾਂ ਜੋੜਨ ਦਾ ਕੋਈ ਮਤਲਬ ਨਹੀਂ ਸੀ। ਇਸ ਗ੍ਰੰਥ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ। ਇਸ ਸਮਾਗਮ ਨੂੰ ਅੰਮ੍ਰਿਤ ਸਮਾਗਮ ਕਹੀਏ ਜਾਂ ਖੰਡੇ ਦੀ ਪੌਲ ਸਮਾਗਮ, ਇਸ ਗ੍ਰੰਥ ਅਨੁਸਾਰ ਇੱਥੇ ਸਿਰਫ ਖੰਡੇ ਦੀ ਪੌਲ ਦਾ ਜ਼ਿਕਰ ਹੈ, ਹੋਰ ਕੁਛ ਨਹੀਂ। ਕੋਈ ਖੰਡੇ ਨੂੰ ਨਲਾਇਆ, ਜਿਹੜਾ ਜਲ ਬਣਿਆ ਉਹਨੂੰ ਖੰਡੇ ਦੀ ਪੌਲ ਕਿਹਾ ਗਿਆ। ਖੰਡੇ ਦੀ ਪੌਲ ਜਾਂ ਅੰਮ੍ਰਿਤ ਤਿਆਰ ਕਰਦੇ ਸਮੇਂ ਇਸ ਵਿੱਚ ਪਤਾਸੇ ਪਾਏ ਜਾਂ ਮਿਸ਼ਰੀ। ਸੋ ਇਸ ਗ੍ਰੰਥ ਅਨੁਸਾਰ ਇਸ ਵਿੱਚ ਮਿਸ਼ਰੀ ਪਾਈ, ਪਤਾਸੇ ਨਹੀਂ ਪਾਏ। ਇਸ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ, ਆਹ ਜਿਹੜਾ ਨੁਕਤਾ ਨੋਟ ਕਰ ਲਓ ਕਿ ਮਹਿਮਾ ਪ੍ਰਕਾਸ਼ ਗ੍ਰੰਥ ਅਨੁਸਾਰ, ਕਵੀ ਸਰੂਪ ਦਾਸ ਭੱਲਾ ਅਨੁਸਾਰ ਕੋਈ ਵੀ ਬਾਣੀ ਦਾ ਇੱਥੇ ਜ਼ਿਕਰ ਨਹੀਂ ਹੈ, ਕੋਈ ਬਾਣੀ ਨਹੀਂ ਪੜ੍ਹੀ ਗਈ। ਤੇ ਇਹ ਵੀ ਜਿਹੜੀ ਹੈ ਸ਼ੰਕਾ ਸੰਗਤਾਂ ਦੀ
खत्म हो जानी चाहिए है। जो भुलेखा ना फिर आ कित्थों लियावांगे ओ कित्थों लियावांगे, इतिहास सारे ग्रंथ पढ़ लो भी, वो सारे तुहानू कन्फ्यूज कर रहे हैं। तुसीं एवें एक दूजे नाल लड़ी जाते हो, कुछ नहीं जी। गुरु ग्रंथ साहब तो इलावा साडे पल्ले होर कुछ नहीं है। मिश्री या पतासे किसने पाए, ये भी स्पष्ट हो गया कि बहुते ग्रंथ लिखते हैं, कई ग्रंथ लिखते हैं कि माता सहबदेवा ने पाए, जद कि वो आए 1700 ईस्वी तो बाद च 1699 जिहड़ा है कौतक होया, तो 1700 ईस्वी में गुरु दरबार में आए, तो उत्थे है ही नहीं सी। फिर कई जगह लिखते हैं कि माता जीतो जी ने पाए, तो इस तरह अलग अलग ने, पर इस ग्रंथ अनुसार किसी माता ने नहीं पाए, ना ही किसी ने सलाह दी। हाँ, माता नानकी ने इंज इन्ना जरूर कहा कि तिखा बहुत है, कोई उपाव कर लो, तो गुरु गोबिंद सिंह ने आप ही उस दे विच मिश्री पीस के पाई। पौल तैयार करते समय जिमें पहला कहते भी माता समय सिर पतासे लैके आ गए, ये जे माता कोई आई है तो माता नानकी आई है, गुरु साहब की दादी जी, होर किसी माता का इत्थे जिक्र नहीं है। हाँ, अगला सवाल सी इस समागम विच चंडी माता या दुर्गा माता का की रोल है। रोल सारा उसे दा, क्योंकि खंडा उसका है। मेन जिहड़ी शक्ति का स्रोत खंडा है वो माता दुर्गा का है। गुरु साहब का सिखां का अपना कुछ नहीं है, वो तो सिर्फ उन्होंने एक्सीक्यूट किया। कोई काम नूं किते हुक्म आ जाना उसनूं पूर्ण कर देना, वो काम करने वाला, उसकी प्लैनिंग, उसका जो ओरिजिनेट, उसनूं शुरुआत करने वाला वो माता है एज पर ग्रंथ। कोई खंडा उसने दिता, खंडा इसे काम लिए दिता सी कि खालसा पंथ की साजना करनी। तो माता दुर्गा, माता चंडी, जे इन्हां ग्रंथां नूं मनना, सिੱਖੀ विच देवी देवा मूल है माया, सिमरत शास्त्र जे न पाया। सिੱਖੀ विच देवी देवतियां की कोई वडियाई नहीं, वो माया है, वो सिर्फ घड़े गए ने, है नहीं। सिੱਖੀ ये कहती है, पर इन्हां ग्रंथां विच देवी की प्रधानता है। गुरु गोबिंद राय नूं खंडे की पौल किसने छकाई? किसी ने नहीं छकाई, उन्हें आप ही 5 चमचे लैके पी ले। कि गुरु गोबिंद राय जी अते सिखां ने इक्को जिहा ही अमृत छकिया? इक्को जिहा नहीं छकिया। गुरु गोबिंद सिंह जी ने बिना मिश्री पाए तो छकिया, और सिखां नूं मिश्री पा के छकाया। भाव गुरु गोबिंद सिंह जी वाला जिहड़ी खंडे की पौल ज़्यादा ताकतवर सी, सिखां नूं थोड़ा जिहा ਉਹਦਾ डिग्री घट करके छकाई। किन्ने हज़ार लोगों ने अमृत छकिया इसका कोई रिकॉर्ड नहीं, कोई किसी को सद्दिया ही नहीं सी। ਜਿਹੜੇ लोकल लोग होणगे उन्हां नूं अमृत छका दिता। गुरु जी ने किहड़ियां रियायतां दृढ़ कराइयां? सिर्फ कहा केस रखो तो बाकी नां सिंह रखो, बीबियां दे नां कौर रखदे। तो आ इन्ना कुछ ही है, ਇਹਦੇ ਵਿੱਚ इस तो इलावा एक भी कोई गल नहीं है। सो ये तुसीं खालसा जी आप समझ लो, जिन्हां ग्रंथां नूं अपने इतिहासक सोमे कहंदे हो, उन्हां दी हालत ये है कि जिहड़ा तुसीं किसी तन पत्तन नहीं लग सकदे, इन्हां ग्रंथां नूं अपने ग्रंथ मन्नोगे। अखीर विच एक गल होर जिहड़ी गल बड़ी जरूरी है कि गुरु गोबिंद सिंह जी, आ देखो, बांके वीर एक अंगी भगत, प्रगट कर दीनी सतगुर शक्त। सतगुर जी ने बहादुर जोधे वीर बनाए, उन्होंने विच शक्ति भर दी। भर के कीता की? माता जी की गोद मुँह डारे, खालसा पंथ नूं सिरजना करके प्रगट करके चंडी माता दी, दुर्गा माता दी गोद विच पा दिता। केड़ा निर्मल नराला पंथ बई, केड़ी माता? जिस माता ने खंडा दिता सी। माता जी की गोद मुँह डारे, दुष्ट दोषियन को चुन मारे। आचार्य वीर पंथ प्रभ किया,
ਦੇਗ ਤੇਗ ਦੋਨੋਂ ਤਿੰਨ ਦਿਆ। ਦੇਗ ਤੇ ਤੇਗ ਸ਼ਸਤਰ ਤੇ ਲੰਗਰ। ਕਾਹੂ ਕਾ ਕਹਿਆ ਨਹੀਂ ਮਾਨੇ, ਸਤਿਗੁਰ ਆਗਿਆ ਮਨ ਦ੍ਰਿੜ ਠਾਨੇ। ਸੋ ਭਈ ਅੱਗੇ ਲਿਖਿਆ ਦੋਹਰਾ, ਦੇਖ ਜਗਤ ਕੇ ਲੋਕ ਸਭ, ਹਿੰਦੂ ਤੁਰਕ ਖਿਸਾ ਹੈ। ਉਹ ਬੜੇ ਖਿੱਚਦੇ ਸਨ, ਬੜੇ ਔਖੇ ਸਨ, ਇਹ ਬੜੇ ਬਹਾਦਰ ਪੈਦਾ ਹੋ ਗਏ। ਮਾਨੋ ਆਖਣ ਤਿੰਨ ਪਰ ਪੜਾ, ਦੇਖਤ ਅਤ ਦੁੱਖ ਪਾਏ। ਜਿਵੇਂ ਅੱਖ ਵਿੱਚ ਕਿਸੇ ਦੇ ਤਿਣਕਾ ਪੈ ਜਾਂਦਾ ਨਾ, ਐਵੇਂ ਸਿੱਖ ਰੜਕਦੇ ਸਨ। ਸੋ ਆਹ ਸਾਰਾ ਕੁਝ ਜੋ ਹੈ ਖਾਲਸਾ ਪੰਥ ਸਿਰਜਣਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਮਾਤਾ ਦੀ ਗੋਦੀ ਵਿੱਚ ਪਾ ਦਿੱਤਾ। ਇਹ ਗ੍ਰੰਥ ਇਹੋ ਜਿਹੀਆਂ ਲਿਖਤਾਂ ਲਿਖਦੇ ਨੇ। ਖਾਲਸਾ ਜੀ ਸਾਡਾ ਇਹਨਾਂ ਵਿੱਚੋਂ ਕੋਈ ਵੀ ਗ੍ਰੰਥ ਨਹੀਂ, ਇਹ ਸਾਡੇ ਦੁਸ਼ਮਣਾਂ ਨੇ ਗ੍ਰੰਥ ਲਿਖਵਾਏ ਨੇ ਸਾਰੇ, ਔਰ ਸਾਨੂੰ ਮੁੜ ਕੇ ਉਸੇ ਸਮੁੰਦਰ ਵਿੱਚ ਸੁੱਟਣ ਲਈ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਨੇ ਛੂਆ ਛਾਤ ਪਿੰਨ ਪੇਤ ਜਾਤ ਪਾਤ ਵਿੱਚੋਂ ਕੱਢ ਕੇ ਇੱਕ ਨਿਰਮਲ ਨਿਰਾਲਾ ਮਾਰਗ ਦਿੱਤਾ ਸੀ, ਮੁੜ ਕੇ ਸਾਨੂੰ ਉਸੇ ਸਮੁੰਦਰ ਵਿੱਚ ਇਹ ਗ੍ਰੰਥ ਸਾਰੇ ਰਲ ਮਿਲ ਕੇ ਧੱਕਾ ਦੇ ਰਹੇ ਨੇ। ਜੇ ਤੁਸੀਂ ਉੱਥੇ ਗੋਤੇ ਖਾਣੇ ਹੋ ਤੇ ਖਾਈ ਚਲੋ। ਤੇ ਇਹ ਪ੍ਰਚਾਰਕ, ਇੱਕ ਗੱਲ ਮੈਂ ਤੁਹਾਨੂੰ ਇੱਥੇ ਸਾਰਿਆਂ ਨੂੰ ਦੱਸ ਦੇਵਾਂ, ਸਿੱਖ ਸੰਗਤਾਂ ਨੂੰ ਬਹੁਤ ਵੱਡਾ ਭੁਲੇਖਾ ਕਿ ਜਿਹੜੇ ਸਟੇਜਾਂ ਤੋਂ ਬਹਿ ਕੇ ਵਿਚਾਰਾਂ ਦਿੰਦੇ ਨੇ ਸਾਡੇ ਕਥਾਵਾਚਕ ਵਿਖਿਆਨ ਕਰਨ ਵਾਲੇ, ਵੀ ਇਹ ਸਿੱਖ ਧਰਮ ਦੀ ਕੋਈ ਤਰੱਕੀ ਬਿਹਤਰੀ ਚਾਹੁੰਦੇ ਹਨ। ਇਹ ਸਾਨੂੰ ਭੁਲੇਖਾ। ਇਹ ਤਾਂ ਉਹਨਾਂ ਦਾ ਰੋਟੀਆਂ ਕਾਰਨ ਪੂਰੇ ਤਾਲ ਹਨ। ਉਹ ਸਾਨੂੰ ਹਮੇਸ਼ਾ ਕਨਫਿਊਜ਼ ਰੱਖਣਾ ਚਾਹੁੰਦੇ ਆ। ਕਦੀ ਉਹਨਾਂ ਨਾਲ ਕਿਸੇ ਨਾਲ ਗੱਲ ਕਰਕੇ ਦੇਖਿਓ, ਉਹਨੂੰ ਕਹਿੰਦੇ ਜੀ ਇਹਨਾਂ ਗ੍ਰੰਥਾਂ 'ਚ ਕੁਝ ਚੰਗੀਆਂ ਗੱਲਾਂ ਵੀ ਕੁਝ ਮਾੜੀਆਂ ਵੀ। ਯਾਰ ਸਾਨੂੰ ਸਾਡੀ ਵਡਿਆਈ ਕੀਤੀ ਗਈ ਹੋਵੇ, ਉਸੇ ਗ੍ਰੰਥ 'ਚ ਸਾਨੂੰ ਗਾਲਾਂ ਕੱਢੀਆਂ ਗਈਆਂ ਹੋਣ, ਤਾਂ ਅਸੀਂ ਕੀ ਕਹੀਦਾ ਵੀ ਇਹਨੂੰ ਲਾਓ ਅੱਗ, ਇਹਨੂੰ ਸੁੱਟੋ ਪਾਸੇ, ਇਹਦਾ ਸਾਡਾ ਕੋਈ ਲੈਣਾ ਦੇਣਾ ਨਹੀਂ। ਅਸੀਂ ਇਹ ਨਹੀਂ ਕਹੀਦਾ ਇਸ ਕਿਤਾਬ ਵਿੱਚ ਸਾਡੀ ਕੁਝ ਵਡਿਆਈ ਵੀ ਕੀਤੀ ਹੈ, ਕੁਝ ਬੁਰਾ ਵੀ ਲਿਖਿਆ, ਕੁਝ ਚੰਗੀਆਂ ਗੱਲਾਂ ਵੀ ਮਾੜ। ਅਸੀਂ ਕਹੀਦਾ ਸਾਡੇ ਕਿਸੇ ਕੰਮ ਦੀ ਨਹੀਂ। ਪਰ ਜਦੋਂ ਗੁਰੂ ਨਾਲ ਸੰਬੰਧਿਤ ਕੋਈ ਗ੍ਰੰਥ ਹੈ ਤੇ ਸਾਡੇ ਪ੍ਰਚਾਰਕ ਕਹਿੰਦੇ ਕੋਈ ਚੰਗੀਆਂ ਗੱਲਾਂ ਵੀ ਕੁਝ ਮਾੜੀਆਂ ਗੱਲਾਂ ਵੀ ਚੰਗੀਆਂ ਚੰਗੀਆਂ ਕੱਢ ਲਾਂਗੇ। ਆਪਣੇ ਬਾਰੇ ਨਹੀਂ ਇੱਦਾਂ ਕਰਨਾ, ਗੁਰੂ ਬਾਰੇ। ਸੋ ਇਹ ਭੁਲੇਖਾ ਕਿ ਸਟੇਜਾਂ ਤੋਂ ਸਾਨੂੰ ਕੋਈ ਗੁਰਮਤਿ ਦ੍ਰਿੜ ਕਰਾਏਗਾ, ਉਹਨਾਂ ਦਾ ਤੇ ਰੋਟੀਆਂ ਦਾ ਵਪਾਰ ਹੈ ਭਾਈ। ਜੇ ਸਾਰੀ ਸੰਗਤ ਨੂੰ ਅਕਲ ਆ ਗਈ, ਸਮਝ ਆ ਗਈ, ਫਿਰ ਉਹਨਾਂ ਨੂੰ ਕੌਣ ਪੁੱਛੂ। ਜੇ ਸਾਰੇ ਤੰਦਰੁਸਤ ਹੋ ਗਏ, ਡਾਕਟਰ ਦੀ ਕੀ ਵੈਲਿਊ। ਜੇ ਕੋਈ ਝਗੜਾ ਲੜਾਈ ਨਾ ਹੋਵੇ, ਥਾਣੇ ਦੀ ਕੀ ਵੈਲਿਊ, ਵਕੀਲਾਂ ਦੀ ਕੀ ਵੈਲਿਊ। ਇਹ ਸੰਸਾਰ ਇਵੇਂ ਚੱਲਦਾ ਹੈ। ਇਵੇਂ ਪ੍ਰਚਾਰਕ ਵੀ ਚਾਹੁੰਦੇ ਨੇ ਕਿ ਐਵੇਂ ਰਲਾ ਮਿਲਾ ਜਿਹਾ ਚੱਲਦਾ ਰਹੇ ਔਰ ਉਹਨਾਂ ਦੀ ਰੋਜੀ ਰੋਟੀ ਚੱਲਦੀ ਰਹੇ। ਇਹਨਾਂ ਲਫ਼ਜ਼ਾਂ ਨਾਲ ਮੈਂ ਖਿਮਾ ਦਾ ਜਾਚਕ ਹੈ। ਉਹੀ ਬੇਨਤੀ ਜੋ ਵਾਰ-ਵਾਰ ਕਰਿਆ ਕਰਦਾ। ਜੇ ਇਹ ਉਦਮ ਉਪਰਾਲਾ ਚੰਗਾ ਲੱਗਦਾ ਹੈ ਤਾਂ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਹੈ ਮੈਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ ਤੇ ਵੀਡੀਓ ਨੂੰ ਪਸੰਦ ਕਰੋ, ਘੰਟੀ ਦਾ ਬਟਨ ਵੀ ਦਬਾ ਦਿਓ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।